एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦੇ ਸੈਕਸ਼ਨ ਬੀ ਵਿੱਚੋਂ ਪੋਇਟਰੀ ਪਹਿਲੀ ਪੋਇਮ ਲਾਈਨਸ ਰਿਟਨ ਇਨ अर्ਲੀ ਸਪ੍ਰਿੰਗ ਤੇ ਅੱਜ ਚਰਚਾ ਕਰਾਂਗੇ ਇਸ ਪੋਇਮ ਦੀ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਬਾਰੇ। शुरू करते हैं। पहला क्वेश्चन, द पोएट डिस्क्राइब्स अ बिटर स्वीट मोमेंट। व्हाई इज द मोमेंट बिटर स्वीट? ਜਿਹੜੇ ਪੋਇਟ ਹੈਗੇ ਨੇ ਇਸ ਪੋਇਮ ਦੇ ਉਹ ਡਿਸਕ੍ਰਾਈਬ ਕਰ ਰਹੇ ਨੇ ਇੱਕ ਮੂਮੈਂਟ ਨੂੰ ਜੋ ਥੋੜਾ ਜਿਹਾ ਖੱਟਾ ਹੈ, ਥੋੜਾ ਜਿਹਾ ਸਵੀਟ ਹੈ। ਉਹ ਇਸ ਮੂਮੈਂਟ ਨੂੰ, ਇਸ ਟਾਈਮ ਨੂੰ ਬਿਟਰ ਸਵੀਟ ਕਿਉਂ ਕਹਿੰਦੇ ਨੇ? ਆਨਸਰ, the poet was in a sweet mood and was filled with pleasant thoughts। ਕਵੀ ਬਹੁਤ ਵਧੀਆ ਜਾਂ ਸੁਹਾਵਨੇ ਮੂਡ ਦੇ ਵਿੱਚ ਸੀਗੇ ਤੇ ਉਹਨਾਂ ਵਿੱਚ ਵਧੀਆ ਦਿਮਾਗ ਵਿੱਚ ਵਧੀਆ ਥਾਟਸ ਆ ਰਹੇ ਸੀ। Since extremes always meet, the pleasant thoughts led the poet to sad thoughts। ਹੁਣ extreme ਚੀਜ਼ਾਂ ਆਪਸ ਵਿੱਚ ਮਿਲਦੀਆਂ, ਜੇ ਖੁਸ਼ੀ ਹੈ ਤਾਂ ਗਮੀ ਵੀ ਆਏਗੀ, ਹੈ ਨਾ, ਜੇ ਸੁੱਖ ਹੈ ਤਾਂ ਦੁੱਖ ਵੀ ਆਏਗਾ। ਤੇ ਇਸੇ ਕਰਕੇ ਜੋ ਉਹ ਇੰਨੀ ਅੰਤ ਦੀ ਖੁਸ਼ੀ ਸੀ, ਇੰਨੇ ਵਧੀਆ ਥਾਟਸ ਵਿਚਾਰ ਆ ਰਹੇ ਸੀ ਦਿਮਾਗ ਦੇ ਵਿੱਚ ਤੇ ਇੱਕਦਮ ਕੁਦਰਤ ਨੇ ਟ੍ਰਾਂਜੀਸ਼ਨ ਦਿਖਾਇਆ ਤੇ ਭੈੜੇ ਵਿਚਾਰ, ਬੁਰੇ ਵਿਚਾਰ ਆਣੇ ਲੱਗੇ ਦਿਮਾਗ 'ਚ। This is the reason why the moment described in the poem is bittersweet। ਇਸੇ ਕਰਕੇ ਜਿਹੜਾ ਉਹ ਵਕਤ ਹੈ, ਜਿਹੜਾ ਉਹ ਮੂਮੈਂਟ ਹੈਗਾ ਕਵਿਤਾ ਦੇ ਵਿੱਚ ਉਹ ਦਰਸਾਇਆ ਗਿਆ ਖੱਟੇ ਮਿੱਠੇ ਪਲ। ਪਹਿਲਾਂ ਮਿੱਠੇ ਵੀ ਸੀ, ਫਿਰ ਉਹ ਖੱਟੇ ਹੋ ਗਏ। ਅੱਗੇ, write a few lines about the simplicity of the language used in the poem। lines written in early spring। ਇਸ ਕਵਿਤਾ ਦੇ ਵਿੱਚ ਜਿਹੜੀ ਭਾਸ਼ਾ ਯੂਜ਼ ਕੀਤੀ ਗਈ ਹੈ ਉਹ ਬਹੁਤ ਸਰਲ ਹੈਗੀ ਹੈ। ਕੁਝ ਆਪਣੇ ਭਾਸ਼ਾ ਦੇ ਵਿੱਚ ਤੁਸੀਂ ਦਰਸਾਣਾ ਕਿਵੇਂ ਉਹ ਭਾਸ਼ਾ ਜਿਹੜੀ ਹੈ ਪੋਇਮ ਵਿੱਚ ਯੂਜ਼ ਕੀਤੀ ਗਈ ਉਹ ਸਰਲ ਹੈਗੀ ਹੈ। ਵਰਡਸਵਰਥ ਪੋਇਟਰੀ ਸਟ੍ਰੇਟ ਫਾਰਵਰਡ ਐਂਡ ਸਿੰਪਲ। ਇਸ ਕਵੀ ਦੀ, ਜੋ ਕਵੀ ਹੈਗੇ ਨੇ ਵਰਡਸਵਰਥ, ਉਹਨਾਂ ਦੀ ਜਿਹੜੀ ਕਵਿਤਾ ਹੁੰਦੀ ਹੈ ਉਹ ਸਿੱਧੀ ਹੁੰਦੀ ਹੈ, ਸਰਲ ਹੁੰਦੀ ਹੈ ਭਾਸ਼ਾ। He has written his poems in plain words from everyday speech। ਉਹਨਾਂ ਨੇ ਆਪਣੀ ਕਵਿਤਾ ਰੋਜ਼ਾਨਾ ਦੀ ਬੋਲੀ ਵਿੱਚੋਂ ਸਾਦੇ ਸ਼ਬਦਾਂ ਦਾ ਇਸਤੇਮਾਲ ਕਰਕੇ ਲਿਖੀ ਹੈ। In this poem also he has used words from the common man's language। ਤੇ ਅਕਸਰ ਜਿਵੇਂ ਉਹ ਕਰਦੇ ਨੇ ਇਸ ਕਵਿਤਾ ਵਿੱਚ ਵੀ ਉਹਨਾਂ ਨੇ ਆਮ ਆਦਮੀ ਦੇ ਜ਼ੁਬਾਨੀ ਸ਼ਬਦ ਜਿਹੜੇ ਨੇ ਉਹਨਾਂ ਦੀ ਵਰਤੋਂ ਕੀਤੀ ਹੈ। Through the use of simple language he has made the scenes described in the poem seem real to the readers। ਤੇ ਸਰਲ ਭਾਸ਼ਾ ਦੀ ਵਰਤੋਂ ਰਾਹੀਂ ਕਵੀ ਨੇ ਜਿਹੜੇ ਦ੍ਰਿਸ਼ ਦੀ ਵਰਣਨ ਕੀਤਾ ਹੈ ਜਾਂ ਦਰਸਾਏ ਹੈਗੇ ਨੇ ਜਿਹੜੇ ਦ੍ਰਿਸ਼ਾਂ ਨੂੰ, ਉਹ ਏਦਾਂ ਲੱਗਦੇ ਨੇ ਵੀ ਐਕਚੁਅਲੀ ਰੀਅਲ ਦੇ ਵਿੱਚ ਹੈਗੇ ਨੇ, ਪਰ ਭਾਸ਼ਾ ਬਹੁਤ ਸਰਲ ਹੈਗੀ ਹੈ। ਤੀਜਾ ਕੁਐਸਚਨ, what abilities according to the poet does nature have? ਕਵੀ ਦੇ ਅਨੁਸਾਰ ਕੁਦਰਤ ਕੋਲ ਕਿਹੜੀਆਂ ਯੋਗਤਾਵਾਂ ਹਨ? According to the poet, the nature has the ability to give joy and beauty। ਕਵੀ ਦੇ ਅਨੁਸਾਰ ਕੁਦਰਤ ਅੰਦਰ ਆਨੰਦ ਤੇ ਸੁੰਦਰਤਾ ਦੇਣ ਦਾ ਇੱਕ ਕੁਦਰਤ ਸਮਰੱਥਾ ਰੱਖਦੀ ਹੈ। It provides beauty to the man's eyes and it gives joy to the soul। ਇੱਕ ਤਾਂ ਤੁਹਾਨੂੰ ਦੇਖਣ ਨੂੰ ਸੁੰਦਰਤਾ ਦਿੰਦੀ ਹੈ, ਤੁਹਾਡੀ ਅੱਖਾਂ ਨੂੰ ਆਰਾਮ ਦਿੰਦੀ ਹੈ ਤੇ ਨਾਲ ਦੀ ਨਾਲ ਆਤਮਾ ਨੂੰ, ਰੂਹ ਨੂੰ ਸ਼ਾਂਤੀ, ਖੁਸ਼ੀ ਦਿੰਦੀ ਹੈ। It fills all its creations with joy and beauty। ਤੇ ਉਹ ਆਪਣੀ ਸਾਰੀ ਰਚਨਾਵਾਂ ਨੂੰ ਆਨੰਦ, ਸੁੰਦਰਤਾ ਨਾਲ ਭਰ ਦਿੰਦੀ ਹੈ। ਫੁੱਲ ਹੋਣ, ਪੌਦੇ ਹੋਣ, ਇਨਸਾਨ ਹੋਣ। In fact, nature has the cure of all human ills। ਅਸਲ ਦੇ ਵਿੱਚ ਕੁਦਰਤ ਮਨੁੱਖ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਅਗਲਾ ਸਵਾਲ, what does the poet lament about? ਕਵੀ ਕਿਸ ਬਾਰੇ ਦੱਸਦੇ ਨੇ ਕਿ ਉਹ ਬਹੁਤ ਦੁਖੀ ਹੈਗੇ ਨੇ? lament ਯਾਨੀ ਦੁਖੀ ਹੋਣਾ। The poet thinks that all the objects of the nature were full of pleasure। ਕਵੀ ਇਹ ਮੰਨਦੇ ਨੇ, ਉਹਨਾਂ ਦਾ ਇਹ ਵਿਚਾਰ ਹੈ ਕਿ ਕੁਦਰਤ ਦੀਆਂ ਸਾਰੀਆਂ ਵਸਤੂਆਂ ਆਨੰਦ ਨਾਲ, ਖੁਸ਼ੀ ਨਾਲ ਭਰੀਆਂ ਹੋਈਆਂ। Man was also meant to be part of nature। ਤੇ ਇਨਸਾਨ, ਮਨੁੱਖ ਵੀ ਕੁਦਰਤ ਦਾ ਹੀ ਇੱਕ ਹਿੱਸਾ ਬਣਨਾ ਚਾਹੀਦਾ ਸੀ। He could be happy like the various objects of the nature। ਤੇ ਜਿਵੇਂ ਕੁਦਰਤ ਦੀ ਵੱਖ-ਵੱਖ ਵਸਤੂਆਂ ਖੁਸ਼ ਹੈਗੀਆਂ ਨੇ, ਇਨਸਾਨ ਨੂੰ ਵੀ ਉਦਾਂ ਖੁਸ਼ ਰਹਿਣਾ ਚਾਹੀਦਾ ਸੀ। But man separated himself from nature। ਪਰ ਇਨਸਾਨ ਨੇ ਆਪਣੇ ਆਪ ਨੂੰ ਕੁਦਰਤ ਤੋਂ ਦੂਰ ਕਰ ਲਿਆ, ਵਾਂਝਾ ਕਰ ਲਿਆ। Now he has made himself unhappy by running after material things। ਇਨਸਾਨ ਨੇ ਆਪਣੀ ਭੁੱਖ ਮਿਟਾਉਣ ਲਈ, ਮੈਨੂੰ ਆਹ ਚਾਹੀਦਾ, ਉਹ ਚਾਹੀਦਾ, ਮਟੀਰੀਅਲ ਚੀਜ਼ਾਂ ਦੇ ਪਿੱਛੇ ਭੱਜਦੇ ਆਪਣਾ ਜਿਹੜਾ ਰਿਸ਼ਤਾ ਹੈ ਕੁਦਰਤ ਦੇ ਨਾਲ ਉਹ ਖਰਾਬ ਕਰ ਲਿਆ ਤੇ ਆਪ ਵੀ ਦੁਖੀ ਹੋ ਗਿਆ। It grieves the poet much to think that what man has made of man।
ਇਹ ਪੋਇਟ ਨੂੰ ਦੁੱਖ ਦਿੰਦਾ ਹੈ ਸੋਚ ਕੇ ਵੀ ਇਨਸਾਨ ਨੇ ਦੂਜੇ ਇਨਸਾਨ ਨੂੰ ਕੀ ਬਣਾ ਦਿੱਤਾ। ਅਗਲਾ, ਹਾਊ ਡਸ ਦ ਪੋਇਟ ਗਲੋਰੀਫਾਈ ਨੇਚਰ। ਜਿਹੜੇ ਕਵੀ ਹੈਗੇ ਨੇ ਉਹ ਕੁਦਰਤ ਦੀ ਵਰਨਾ, ਕੁਦਰਤ ਦੀ ਵਡਿਆਈ, ਗਲੋਰੀਫਾਈ ਯਾਨੀ ਵਡਿਆਈ ਕਿਵੇਂ ਕਰਦੇ ਨੇ। ਅਕੋਰਡਿੰਗ ਟੂ ਦ ਪੋਇਟ, nature is not something dead and lifeless। ਕਵੀ ਦੇ ਅਨੁਸਾਰ ਕੁਦਰਤ ਕੋਈ ਮਰੀ ਹੋਈ ਜਾਂ ਨਾ ਚੀਜ਼ ਨਹੀਂ ਹੈ ਵੀ ਜਿਹਦੇ ਚ ਜਾਨ ਨਹੀਂ ਹੈ। He thinks of nature as something living with a spirit of its own। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ ਕੋਲ ਆਪਣੀ ਰੂਹ ਹੈ, ਆਪਣੀ ਸਪਿਰਿਟ ਹੈ, ਆਪਣੀ ਭਾਵਨਾ ਹੈ ਕੁਦਰਤ ਦੇ ਕੋਲ। And he believes that nature everywhere is beautiful and full of joy। ਤੇ ਉਹ ਮੰਨਦੇ ਨੇ ਵੀ ਕੁਦਰਤ ਵੱਖ-ਵੱਖ ਥਾਵਾਂ ਦੇ ਵਿੱਚ ਹਰ ਥਾਂ ਤੇ ਸੁੰਦਰ ਹੈਗੀ ਹੈ ਤੇ ਆਨੰਦ ਨਾਲ ਭਰਪੂਰ ਹੈਗੀ ਹੈ। He finds music in different sounds of nature। ਜਿਵੇਂ ਫਰਸਟ ਪੈਰਾਗ੍ਰਾਫ 'ਚ ਆਪਾਂ ਪੜ੍ਹਿਆ ਹੈ, ਉਹਨਾਂ ਨੂੰ ਕੁਦਰਤ ਦੀ ਵੱਖ-ਵੱਖ ਜਿਹੜੀ ਆਵਾਜ਼ਾਂ ਨੇ ਉਹਨਾਂ ਵਿੱਚ ਸੰਗੀਤ ਲੱਭਦਾ। He finds beauty in the different sides of nature। ਤੇ ਉਹਨਾਂ ਨੂੰ ਕੁਦਰਤ ਦੇ ਵੱਖ-ਵੱਖ ਨਜ਼ਾਰਿਆਂ ਵਿੱਚ ਵੀ ਸੁੰਦਰਤਾ ਲੱਭਦੀ ਹੈ। That is the reason why he talks of flowers as dancing in the breeze। ਤਾਂ ਹੀ ਤਾਂ ਉਹ ਕਹਿੰਦੇ ਨੇ ਵੀ ਜਿਹੜੇ ਫੁੱਲ ਹੈਗੇ ਨੇ ਉਹ ਹਵਾ ਵਿੱਚ ਨੱਚਣ ਦੀ ਗੱਲ ਕਰ ਰਹੇ ਨੇ। He talks of waves as jumping in pleasures। ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਜਿਹੜੀ ਖੁਸ਼ੀ ਦੇ ਨਾਲ ਛਾਲਾਂ ਮਾਰ ਰਹੀਆਂ ਲਹਿਰਾਂ ਹੈਗੀਆਂ ਨੇ ਉਹਨਾਂ ਦੀ ਵੀ ਗੱਲ ਕੀਤੀ ਗਈ ਹੈ। He talks of the tree branches as spreading their arms। ਉਹਨਾਂ ਨੂੰ ਇਹ ਲੱਗਦਾ ਹੈ ਵੀ ਟਰੀ ਦੀਆਂ, ਜਿਹੜਾ ਰੁੱਖ ਹੈਗਾ ਉਹਨਾਂ ਦੀਆਂ ਜਿਹੜੀਆਂ ਟਾਹਣੀਆਂ ਹੈਗੀਆਂ ਨੇ ਉਹ ਆਪਣੀਆਂ ਬਾਹਾਂ ਨੂੰ ਫੈਲਾਉਣ ਦੀ ਗੱਲ ਕਰ ਰਹੇ ਨੇ। In this poem, he expresses his attitude towards nature in very clear words। ਇਸ ਕਵਿਤਾ ਦੇ ਵਿੱਚ ਉਹ ਆਪਣਾ ਰਵੱਈਆ ਜਿਹੜਾ ਹੈ ਕੁਦਰਤ ਦੇ ਨਾਲ ਉਹਨਾਂ ਨੂੰ ਬੜੇ ਆਪਾਂ ਕਹਿ ਸਕਦੇ ਹਾਂ ਸਪਸ਼ਟ ਸ਼ਬਦਾਂ ਵਿੱਚ ਬਿਆਨ ਕਰਦਾ ਹੈ। He says that it's my faith that every flower enjoys the air it breathes। ਉਹ ਕਹਿੰਦੇ ਵੀ ਮੇਰਾ ਵਿਸ਼ਵਾਸ ਹੈ ਕਿ ਹਰ ਫੁੱਲ ਜਿਹੜੀ ਹਵਾ ਨੂੰ ਇੰਜੋਏ ਕਰ ਰਹੇ ਨੇ, ਉਹਨੂੰ ਲੈ ਰਹੇ ਨੇ, ਯੂਜ਼ ਕਰ ਰਹੇ ਨੇ, ਉਹਨੂੰ ਇੰਜੋਏ ਵੀ ਕਰ ਰਹੇ ਨੇ। ਅੱਗੇ, give an example of personification of nature in this poem। ਸਭ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਵੀ personification ਕੀ ਹੁੰਦਾ। ਤੁਹਾਡੇ ਲਈ personification ਜਾਣਨਾ ਬਹੁਤ ਜ਼ਰੂਰੀ ਹੈ। ਇਹ ਵਰਡ ਬਣਦਾ ਹੈ ਪਰਸਨ ਤੋਂ। ਪੋਇਮ ਦੇ ਵਿੱਚ ਜਦ ਆਪਾਂ ਜਿਹੜੀ ਚੀਜ਼ ਜਿੰਦੀ ਜਾਂਦੀ ਨਹੀਂ ਹੈ, ਜਿਹੜੀ ਚੀਜ਼ ਲਾਈਫਲੈਸ ਹੈ, ਜਿਹਦੇ ਵਿੱਚ ਜਾਨ ਨਹੀਂ ਹੈ, ਟੇਬਲ ਚੇਅਰ ਹੋ ਗਿਆ, ਕੁਰਸੀ, ਬੈੱਡ ਹੋ ਗਿਆ, ਰਜਾਈ ਹੋ ਗਈ, ਜਿਹੜੀਆਂ ਚੀਜ਼ਾਂ 'ਚ ਜਾਨ ਨਹੀਂ ਹੈ, ਜਦ ਉਹਨਾਂ ਚੀਜ਼ਾਂ ਨੂੰ ਆਪਾਂ ਇਨਸਾਨ ਦੇ, ਹਿਊਮਨ ਦੇ ਕੈਰੈਕਟਰਿਸਟਿਕਸ ਦੇ ਦਿੰਦੇ ਆ, ਉਹਨੂੰ ਆਪਾਂ ਪਰਸੋਨੀਫਿਕੇਸ਼ਨ ਕਹਿ ਦਿੰਦੇ ਆ। ਜਿਵੇਂ ਮੈਂ ਇੱਥੇ ਸਨ ਬਣਾ ਦਿੰਦੀ ਹਾਂ ਤੇ ਮੈਂ ਕਹਾਂ ਦ ਸਨ ਇਜ਼ smiling at us। देखो सन एक्चुअली स्माइल नहीं ना करता, स्माइल कौन करता है? इंसान, ह्यूमन बीइंग स्माइल करता है, पर मैं कहता भी सन स्माइल कर रहा है, एक ही हो गया पर्सोनिफिकेशन। उवे ही मैं कहा स्टार्स की गल करिए, द स्टार्स डांस्ड इन द मिडनाइट स्काई, यानी रात जद होगी तो सितारियां ने डांस किया। देखो दोबारा दस नहीं है, स्टार्स जेडे ने डांस तो नहीं ना कर सकते, पर इत्थे डांस कौन कर सकता है? इंसान डांस करते ने, पर मैं कहा स्टार्स ने डांस किया। तो डांस्ड जेड़ा वर्ड जेड़ा मैं स्टार्स नूं दिता वो भी परसोनिफिकेशन दा एग्जाम्पल है। जे मैं होर एग्जाम्पल दवां तुहानूं, मैं कहा द सनलाइट डांस्ड, सनलाइट सूरज की रोशनी ने डांस किया। वो एक्चुअली डांस तो नहीं ना कर रही, बट वो पै रही है, खुश कर रही है थोनू। या मैं कहा कई बार तुसी सुनिया होना द स्ट्रीट्स आर कॉलिंग मी, मैनू आवाजा मार रही है वो गली, है ना, पर एक्चुअली गली आवाजा तो नहीं मारती ना, आवाजा कौन मारदा है? इंसान मारदा है ना एक तरीके नाल। तां ये भी किहदा एग्जाम्पल हो गया? परसोनिफिकेशन दा। क्लीयर हो गया परसोनिफिकेशन की हुंदा है? हुण इस पोएम दे विच आपां परसोनिफिकेशन दा उदाहरण दिंदे हां। टू हर फेयर वर्क्स डिड नेचर लिंक। फेयर वर्क्स जेडे ने नेचर ने लिंक कीता, कहण दा मतलब ओ वाली जेडी तुसी पोएम है इत्थे मैं दिखांदी हां।
the human soul through me ran। ਹੁਣ ਇੱਥੇ ਹਰ ਜਿਹੜਾ ਹੈ, ਹਰ ਆਪਾਂ ਕੁੜੀ ਲਈ ਇਸਤੇਮਾਲ ਕਰਦੇ ਹਾਂ, ਤੇ ਇੱਥੇ ਕੀ ਹੈ, to her fair works did nature link। ਕਹਿਣ ਦਾ ਮਤਲਬ ਨੇਚਰ ਦੀ ਗੱਲ ਕੀਤੀ ਗਈ ਹੈ ਹਰ ਯੂਜ਼ ਕਰਕੇ, ਵੀ ਉਹਨੇ ਹਰ ਇਨਸਾਨ ਨੂੰ ਇੱਕੋ ਰੂਹ ਦੇ ਨਾਲ ਬਣਿਆ ਹੋਇਆ, ਹਰ ਯੂਜ਼ ਕੀਤਾ ਜਾ ਰਿਹਾ ਨੇਚਰ ਲਈ, ਤੇ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਐਗਜ਼ਾਮਪਲ ਹੈਗਾ ਪਰਸੋਨੀਫਿਕੇਸ਼ਨ ਦਾ। ਅੱਗੇ 7th ਕੁਐਸਚਨ ਹੈਗਾ, give the central idea of the poem lines written in early spring। ਇਸ ਕਵਿਤਾ ਦਾ ਤੁਸੀਂ ਕੀ ਆਈਡੀਆ ਦਿੰਦੇ ਹੋ ਵੀ ਤੁਹਾਨੂੰ ਇਸ ਕਵਿਤਾ ਦੇ ਅੰਦਰੋਂ ਕੀ ਸਿੱਖਣ ਨੂੰ ਮਿਲਿਆ। The central idea of the poem is that man's separation from nature is the only cause of all ills and worries। ਕਵਿਤਾ ਦਾ ਇੱਕ ਮੁੱਖ ਮੁੱਦਾ ਇਹ ਹੈ ਵੀ ਮਨੁੱਖ ਦਾ ਜਿਹੜਾ ਇੱਕ ਸੈਪਰੇਸ਼ਨ ਹੋਈ ਹੈ, ਦੂਰੀ ਹੋਈ ਹੈ ਕੁਦਰਤ ਤੋਂ, ਉਹ ਮੇਨ ਕਾਰਨ ਹੈਗਾ ਬਿਮਾਰੀਆਂ ਦਾ, ਚਿੰਤਾਵਾਂ ਦਾ। Man has become greedy for material things। ਮਨੁੱਖ ਜਿਹੜਾ ਹੈ ਉਹਦੀ ਵਸਤੂਆਂ ਨੂੰ ਲੈ ਕੇ ਜਿਹੜੀ ਲਾਲਚ ਹੈ, ਭੁੱਖ ਹੈ, ਉਹ ਬਹੁਤ ਵੱਧਦੀ ਜਾ ਰਹੀ ਹੈ। He has no peace of mind। ਮਨ ਦੀ ਕੋਈ ਸ਼ਾਂਤੀ ਨਹੀਂ ਹੈ। He must go back to nature if he wants to regain his lost happiness। ਜਿਹੜੀ ਗਵਾਚੀ ਹੋਈ ਖੁਸ਼ੀ ਹੈ, ਜੇ ਉਹ ਵਾਪਸ ਹਾਸਲ ਕਰਨਾ ਚਾਹੁੰਦਾ ਹੈ, ਤੇ ਕੁਦਰਤ ਵਿੱਚ ਹੀ ਜਾਣਾ ਪਏਗਾ, ਕੁਦਰਤ ਨਾਲ ਹੀ ਰਹਿਣਾ ਪਏਗਾ, ਕੁਦਰਤ ਦੀ ਹੀ ਰਿਸਪੈਕਟ ਕਰਨੀ ਪਏਗੀ। He should develop true love for nature। ਕੁਦਰਤ ਦੇ ਲਈ ਸੱਚਾ ਪਿਆਰ ਲੈ ਕੇ ਆਣਾ ਪਏਗਾ। He should accept nature as his friend and guide। ਕੁਦਰਤ ਨੂੰ ਆਪਣਾ ਦੋਸਤ, ਆਪਣਾ ਗਾਈਡ ਮੰਨਣਾ ਪਏਗਾ। ਓਨਲੀ ਦੈਨ ਕੈਨ ਹੀ ਬੀ ਹੈਪੀ। ਸਿਰਫ ਤਾਂ ਹੀ ਇਨਸਾਨ ਜਿਹੜਾ ਹੈਗਾ ਉਹ ਖੁਸ਼ ਰਹਿ ਸਕਦਾ ਹੈ। ਹੀ ਕੈਨ ਬੀ ਐਜ਼ ਹੈਪੀ ਐਂਡ ਕੇਅਰ ਫ੍ਰੀ ਐਜ਼ ਨੇਚਰ ਹਰਸੈਲਫ ਇਜ਼। ਤੇ ਉਹ ਓਨਾ ਹੀ ਖੁਸ਼ ਤੇ ਓਨਾ ਹੀ ਟੈਨਸ਼ਨਾਂ ਤੋਂ ਦੂਰ ਰਹਿ ਸਕਦਾ ਹੈ ਜਿੰਨੀ ਨੇਚਰ ਆਪ ਰਹਿੰਦੀ ਹੈ। Such was Wordsworth's firm belief and also nature's holy plan। ਕੁਦਰਤ ਦਾ ਵੀ ਇਹੀ ਪਲਾਨ ਹੈ ਤੇ ਕਵੀ ਦਾ ਵੀ ਇਹੀ ਕਹਿਣਾ ਹੈ ਵੀ ਨੇਚਰ ਦੇ ਨਾਲ ਇਕਜੁੱਟ ਹੋ ਕੇ ਰਹਿਣਾ ਜ਼ਰੂਰੀ ਹੈ। ਅੱਗੇ ਚੱਲਦੇ ਹਾਂ। ਇਹ ਪਰਸੋਨੀਫਿਕੇਸ਼ਨ ਦਿੱਤੀ ਹੋਈ ਹੈ, ਕੀ ਮਤਲਬ ਹੁੰਦਾ ਹੈ ਉਹਦਾ, ਜਦ ਆਪਾਂ ਕਿਸੇ ਵੀ ਚੀਜ਼ ਨੂੰ ਜੋ ਲਿਵਿੰਗ ਨਹੀਂ ਹੈ ਉਹਨੂੰ ਇੱਕ ਹਿਊਮਨ ਕੈਰੈਕਟਰਿਸਟਿਕ ਜਾਂ ਟ੍ਰੇਡ ਦੇ ਦਿੰਦੇ ਆ। ਉਹਨਾਂ ਨੇ ਸ਼ੇਕਸਪੀਅਰ ਦਾ ਐਗਜ਼ਾਮਪਲ ਲੈ ਕੇ ਦੱਸਿਆ। ਇੱਥੇ ਅੱਗੇ ਕੁਐਸਚਨ ਦਿੱਤੇ ਗਏ ਨੇ, ਐਡ ਮੋਰ ਵਰਡਸ ਦੈਟ ਰਾਈਮ ਵਿਦ ਦ ਰਾਈਮਿੰਗ ਵਰਡਸ। ਇੱਥੇ ਹੋਰ ਵਰਡਸ ਜਿਹੜੇ ਨੇ ਉਹ ਜੋੜਨੇ ਨੇ ਜਿਹੜੇ ਇਹਨਾਂ ਵਰਡਸ ਦੇ ਨਾਲ ਜੁੜਦੇ ਨੇ। ਰਾਈਮ ਦਾ ਮਤਲਬ ਜਿਹੜੇ ਸੇਮ ਸਾਊਂਡ ਕਰਦੇ ਨੇ, ਜਿਵੇਂ ਰਿਕਲਾਈਨਡ, ਮਾਈਂਡ, ਫਾਈਂਡ, ਰਿਵਾਈਂਡ, ਲਿੰਕ, ਥਿੰਕ, ਸਿੰਕ ਇੱਕੋ ਆਵਾਜ਼ ਹੈ, ਸਟਿੰਕ, measure, pleasure, treasure, leisure, scent, lament, tent, cement। ਹੁਣ ਇਹਨਾਂ ਨੇ ਕਿਹਾ read the following lines and answer the questions that follow। ਇਹ ਲਾਈਨਸ ਪੜ੍ਹ ਕੇ ਆਪਾਂ ਸਵਾਲਾਂ ਦੇ ਜਵਾਬ ਦੇਣੇ ਨੇ। ਪਹਿਲਾ ਹੈਗਾ, ਪਹਿਲਾ ਸਟੈਂਜ਼ਾ ਪੜ੍ਹ ਲੈਂਦੇ ਆ। To her fair works did nature link the human souls that through me ran, and much it grieved my heart to think what man has made of man। What, पहला सवाल, what are the fair works of nature referred to in the stanza। ਇੱਥੇ ਕਿਹੜੇ ਫੇਅਰ ਵਰਕਸ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ ਇੱਥੇ ਜਿਹੜੇ ਫੇਅਰ ਵਰਕਸ ਹੈਗੇ ਨੇ, ਇਹਦਾ ਮਤਲਬ ਇਹ ਹੈਗਾ ਵੇਰੀਅਸ ਬਿਊਟੀਫੁਲ, ਸੁੰਦਰ ਆਬਜੈਕਟਸ, ਜੋ ਚੀਜ਼ਾਂ ਹੈਗੀਆਂ ਨੇ ਇਨ ਦ ਵਰਲਡ ਆਫ ਨੇਚਰ। ਕੁਦਰਤ ਦੇ ਵਿੱਚ ਜਿਹੜੀਆਂ ਜਿਹੜੀਆਂ ਸੋਹਣੀਆਂ ਚੀਜ਼ਾਂ ਨੇ ਕੁਦਰਤ ਨੇ ਬਣਾਈਆਂ ਇੱਕ ਤਰੀਕੇ ਨਾਲ। ਅੱਗੇ, ਵਾਈ ਇਜ਼ ਦ ਪੋਇਟ ਗ੍ਰੀਵਡ। ਪੋਇਟ ਜਿਹੜੇ ਹੈਗੇ ਨੇ ਉਹ ਦੁਖੀ ਕਿਉਂ ਨੇ? ਇਹਦਾ ਆਨਸਰ ਇੱਥੇ ਲਿਖ ਦਿੰਦੇ ਆ। ਦ ਪੋਇਟ ਇਜ਼ ਗ੍ਰੀਵਡ ਟੂ ਥਿੰਕ, ਸੋਚ ਕੇ, what man has made of man। इंसान ने इंसान दा की हाल करता, की बना देता। आगे, who wrote these lines? Name the poem in which these lines occurs। हुन किने lines लिखियां ने? poet William Wordsworth
ਤੇ ਪੋਇਮ ਦਾ ਨਾਮ ਤੁਸੀਂ ਦੱਸਣਾ ਹੈ ਲਾਈਨਸ written in early spring. अगला list two pairs of rhyming words. rhyming words यानी एक दूजे नाल जेड़े सेम आवाज करते ने in this passage. देखो link किदे नाल rhyme करदे, link हो गया, think हो गया, एक ता हो गया link, एक हो गया think, एक पेयर A हो गया, दूजा पेयर ran man, ran ते man. देखो यदि जे राइम स्कीम पूछ ले तो ए अलग है, वर्ड ए नाल राइम नहीं करता, फिर ए फिर बी, यानी ए बी है, ए वर्ड ए नाल राइम करता है, ए वर्ड ए नाल करता है. व्हाट डज द पोएट मीन बाय व्हाट हैज मैन मेड ऑफ मैन? ये जेडे पोएट कह रहे ने व्हाट हैज मैन मेड ऑफ मैन, एदा की मतलब है? ਇਹਦਾ आंसर है ही इज डिस्क्राइबिंग दी अननैचुरल एस्पेक्ट्स ऑफ ह्यूमन इंडस्ट्री. भी इंसान ने इंडस्ट्रीज बना बना के किन्नी तबाही की है, लड़ाई करके, अटैक करके, ते दुख हुंदा है ये देख के भी इंसान दी सफरिंग, प्रॉब्लम किन्नी है, ना खुश किन्ना इंसान ने तबाही करता एक तरीके नाल कुदरत नू. ते सी कि अज दी क्लास मैं उम्मीद करदी हां तुहानू इस पोम दे क्वेश्चन आंसर समझ आ गए होंगे, परसोनिफिकेशन राइम स्कीम बारे पता लग गया होएगा. जे वीडियो वधिया लगी तो चैनल नू लाइक शेयर सबसक्राइब जरूर करियो. आपां फिर मिलांगे. टिल देन टेक केयर, बाय बाय.